ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨਾ ਸਿਮਰਾਂ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮ ਓੰਕਾਰ ਜੋਰੀ ਨਮ ਓੰਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਦੋਹਰਾ। ਬਸਤ ਡਰੋਲੇ ਸਤਿਗੁਰੂ ਕੇਤਕ ਦਿਵਸ ਬਿਤਾਏ। ਸਿੱਖ ਸੰਗਤ ਆਵਤ ਅਨਕ ਦਰਸ ਅਨਕ ਸਿਧਾਏ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਬਸਤ ਡਰੋਲੇ ਸਤਿਗੁਰੂ ਕੇਤਕ ਦਿਵਸ ਬਿਤਾਏ। ਸਿੱਖ ਸੰਗਤ ਆਵਤ ਅਨਕ ਦਰਸਤ ਅਨਕ ਸਿਧਾਏ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 21 ਸ਼ੁਰੂ ਕਰਦੇ ਹੋਏ ਲਿਖ ਰਹੇ ਨੇ ਕਿ ਜਿਵੇਂ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਭਾਈ ਸਾਧੂ ਭਾਈ ਰੂਪਾ ਜੀ ਦੀ ਸੇਵਾ ਨੂੰ ਗੁਰੂ ਸਾਹਿਬ ਜੀ ਨੇ ਭਾਗ ਲਾਏ। ਸਤਿਗੁਰੂ ਜੀ ਨੇ ਬਚਨ ਕੀਤਾ ਕਿ ਭਾਈ ਤੁਹਾਡੀ ਸੇਵਾ ਤੋਂ ਅਸੀਂ ਪ੍ਰਸੰਨ ਹਾਂ, ਪਰ ਅੱਜ ਤੋਂ ਤੁਸੀਂ ਤਿਰਖਾਣੀ ਵਾਲਾ ਜਿਹੜਾ ਕੰਮ ਹੈ ਇਹ ਛੱਡੋ, ਅੱਜ ਤੋਂ ਇੱਕ ਨਵਾਂ ਕੰਮ ਸ਼ੁਰੂ ਕਰੋ। ਔਰ ਗੁਰੂ ਦਾ ਬਖਸ਼ਿਆ ਹੋਇਆ ਕੰਮ ਅਸਲ ਵਿੱਚ ਉਹ ਸੇਵਾ ਹੈ ਕਿ ਜਿੰਦੇ ਵਿੱਚ ਘਾਟਾ ਕਦੇ ਆਉਂਦਾ ਹੀ ਨਹੀਂ। ਸਤਿਗੁਰੂ ਜੀ ਕਿਰਪਾ ਕਰੋ, ਉਹ ਕਾਰਜ ਕੀ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਅੱਜ ਤੋਂ ਬਾਅਦ ਤੁਸੀਂ ਸਿਰਫ ਦੇਗ ਦੀ ਸੇਵਾ ਕਰਨੀ ਹੈ, ਲੰਗਰ ਲਾਉਣਾ ਹੈ। ਔਰ ਭਾਈ ਰੂਪੇ ਭਾਈ ਸਾਧੂ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਜ਼ਰੂਰ ਲਾਵਾਂਗੇ, ਪਰ ਤਾਂ ਲੱਗੇਗਾ ਜੇ ਤੁਸੀਂ ਮਦਦਗਾਰ ਹੋਵੋਗੇ। ਜਿਹੜੇ ਪਿੰਡ ਦੇ ਵਿੱਚ ਲੰਗਰ ਲਾਉਣਾ ਹੈ, ਉਸ ਪਿੰਡ ਵਿੱਚ ਸਾਰੇ ਸਖੇ ਸਰਵਰੀਏ ਨੇ, ਸਾਡੇ ਨਾਲ ਸਾਰੇ ਈਰਖਾ ਕਰਨ ਵਾਲੇ ਨਾਲ ਕਿਸੇ ਦਾ ਬੋਲ ਬਾਲਾ ਨਹੀਂ ਸਾਡੇ ਨਾਲ, ਲੰਗਰ ਕੌਣ ਛਕੇਗਾ। ਔਰ ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹਨਾਂ ਨੂੰ ਛੱਡੋ, ਆਪੇ ਉੱਜੜਨਗੇ, ਤੁਸੀਂ ਆਪਣਾ ਨਗਰ ਨਵਾਂ ਵਸਾਓ। ਭਾਈ ਰੂਪੇ ਸਾਧੂ ਨੇ ਉਹ ਨਗਰ ਵੀ ਨਵਾਂ ਵਸਾਇਆ, ਘਰ ਵੀ ਆ ਕੇ ਵਸੇ, ਗੁਰੂ ਸਾਹਿਬ ਦੇ ਹੁਕਮ ਨੂੰ ਕਮਾਇਆ ਔਰ ਲੰਗਰ ਦੀ ਸੇਵਾ ਸ਼ੁਰੂ ਕੀਤੀ। ਸਤਿਗੁਰੂ ਜੀ ਉਸ ਥਾਂ ਤੋਂ ਬਚਨ ਕਰਕੇ ਆਏ ਕਿ ਜਦੋਂ ਨਗਰ ਵਸੇਗਾ ਕਿ ਭਾਈ ਅਸੀਂ ਫਿਰ ਆ ਕੇ ਕਈ ਦਿਨ ਤੁਹਾਡੇ ਨਗਰ ਦੇ ਵਿੱਚ ਰਵਾਂਗੇ। ਉੱਥੋਂ ਸਤਿਗੁਰੂ ਜੀ ਚੱਲ ਕੇ ਡਰੋਲੀ ਆਏ ਨੇ। ਕਵੀ ਸੰਤੋਖ ਸਿੰਘ ਜੀ ਹੁਣ ਅਗਲੇ ਅਧਿਆਇ ਦੇ ਵਿੱਚ ਲਿਖਦੇ ਨੇ ਕਿ ਕਈ ਦਿਨ ਸਤਿਗੁਰੂ ਜੀ ਨੇ ਇਸੇ ਤਰ੍ਹਾਂ ਡਰੋਲੀ ਦੇ ਵਿੱਚ ਰਹਿ ਕੇ ਬਤੀਤ ਕੀਤੇ। ਸਿੱਖ ਸੰਗਤਾਂ ਅਨੇਕਾਂ ਹੀ ਆਉਂਦੀਆਂ ਨੇ, ਅਨੇਕਾਂ ਹੀ ਦਰਸ਼ਨ ਕਰਕੇ ਵਾਪਸ ਜਾਂਦੀਆਂ ਨੇ। ਚੌਪਈ ਸ੍ਰੀ ਗੁਰ ਦਿੱਤੇ ਨਗਰ ਬਸਾਇਓ, ਬਣਕ ਆਦ ਨਰ ਬ੍ਰਿੰਦ ਟਿਕਾਇਓ। ਉੱਧਰੋਂ ਬਾਬਾ ਗੁਰਦਿੱਤਾ ਜੀ ਨੇ ਬੜਾ ਸੋਹਣਾ ਨਗਰ ਵਸਾਇਆ ਕੀਰਤਪੁਰ ਸਾਹਿਬ, ਕਿ ਜਿੱਥੇ ਬਹੁਤ ਸਾਰੀਆਂ ਬਾਣੀਏ ਆ ਕੇ ਵਪਾਰ ਕਰਦੇ ਨੇ, ਉਹ ਟਿਕ ਗਏ ਨੇ।
सब विद के सुध पूर्ण पुर जन केरे, लेकर खातर कीन कनेरी। और बाबा गुरदित्ता जी ने इस नगर दे विच वसन वाले जिन्ने भी नवे लोग आए, सिख आए, बाणीए आए, सब दे चंगी तरह खबरसार लई कि तुहानू किसी भी तरह की लोड़ है, क्योंकि नवीं थां ते जाके नवा घर वसाउणा, कई चीज़ों की लोड़ पैंदी है। और बाबा गुरदित्ता ने खबरसार लई हर किसी की जरूरत पूरी की। बहुर पिता को दर्शन चाहा, चल पे कारण कीन महा। नगर सोहना वस गया, दुकाना चल गई, वसो चंगी हो गई। बाबा गुरदित्ता जी का हुण चित्त करदा कि सतगुरु ते जाके दर्शन करिए। मन दे विच एक उमंग पैदा हुई कि गुरु पिता जी दे हुण दर्शन करिए। असवारे करवाए सत्यारे, सिंधन आए मूल को भारे। सारियां जड़ियां तैयारियां कर लियां, सवारियां तैयार कीतियां, कीमती रथ आ गए। नत्ते जुग पुत्रन को लीने, आनंद सहत अरूढ़न किन्ने। कहते बाबा गुरदित्ता जी उन्होंने दी पत्नी नत्ती, इत्थे नाल लिखिया है, इतिहासकारां ने वैसे निहाल कौर लिखिया है कि अपने दोवें पुत्रां नूं, धीरमल जी नूं ते श्री हर राय साहब जी नूं नाल लिया है। बड़े चाअ दे नाल, आनंद दे नाल रथ दे उत्ते सवार होए ने। धीरमल कुछ भयो वडेरा, श्री हर राय अंक तिस बेरा। क्योंकि धीरमल जी उदों कुछ वड्डे हो गए सन, भजदे सन, खेडदे सन। श्री हर राय साहब जी हजे गोद विच ही चुकदे सन, उन्होंने गोद विच चुकिया है। बह लैण मह दासे चढ़े भाई, गमने दास सात समुदाई। और बहुत सारिया बैल गड्डियां नाल लईआं, जिन्हां विच दासियां ने, कोई दास ने, सेवक ने, होर साजो समान है। श्री गुरदित्ता चढ़े तुरंग, चंचल फांदत मनो कुरंग। बाबा गुरदित्ता जी आप घोड़े ते सवार हो गए ने, और घोड़ा बड़ा चंचल है, नचदा टपदा बड़ा चंचल है। इम कुटुंब लेकर निज साथ, गमने दर्शन हित पित नाथ। इस तरह सारा परिवार नाल लैके, सिख सेवक नाल लैके बाबा गुरदित्ता जी पिता गुरु हर गोबिंद साहिब जी के दर्शन करने वास्ते चले ने। नगर विखा एक त्याग्यो दयादास, सुमतवंत रक्षक चहुं पास। और नगर विच कीरतपुर साहिब दे विच सारे काम की देख रेख लई एक सेवक नूं, सिख नूं बाबा गुरदित्ता जी ने छड्डिया, जिहड़ा बड़ा समझदार भी है, जिन्हों सारे काम करदा हिसाब भी है। पुर जन मिले धीर को दीन, पुन मग विखे पियानो कीन। और नगर के लोग इकट्ठे हो के आए कि बाबा गुरदित्ता जी चले ने, परिवार समेत चले ने, दास दासियां भी नाल लईआं ने, वापस आउणगे कि नहीं। और बाबा गुरदित्ता जी ने सब नूं धीरज दिता कि असीं वापस इत्थे ही आवांगे, कुछ दिन पिता जी के दर्शन करन लई जाना है। श्री अमृतसर नह गमने, सूदे पंथे आवते भये। ते बाबा गुरदित्ता जी फिर श्री अमृतसर नूं नहीं गए, क्योंकि पता से गुरु पिता जी लंबे समय तो भाई की डरोली रह रहे हैं, सीधे डरोली वाले राह पै गए। दिन के तक मग बिखा बिताए, बहुर डरोली को चले आए। डरोली पहुँचते तक कई दिन राह दे विच लगे, कई दिन च रस्ता तय करके डरोली पहुँचे ने। पित के पायन बंधन के न, बुझे कुशल बताए सो दीन। कहते डरोली पहुँच गए, सतगुरु के चरणों के विच नमस्कार की। गुरु साहब जी ने असीस दी, राजी बाजी पूछी है। बूढ़ण शाह मिरण जिव जोवा, नगर बसावण को जिम होवा। सतगुरु जी ने बाबा गुरदित्ता जी नूं सारी गल पूछी कि दसो बुढ़ण शाह दे नाल मिलनी किवें हुई।
ਨਗਰ ਜਿਹੜਾ ਕਿੰਨਾ ਕੁ ਵਸਿਆ, ਕਿਵੇਂ ਦਾ ਵਸਾਇਆ ਹੈ। ਸਭ ਸਤਿਗੁਰ ਕੇ ਨਿਕਟ ਬਖਾਨੇ, ਸੈਲ ਸਮੇਪੇ ਸੁਭ ਸਥਾਨੇ। ਔਰ ਬਾਬਾ ਗੁਰਦਿੱਤਾ ਜੀ ਨੇ ਹੱਥ ਜੋੜ ਕੇ ਕਿਹਾ ਕਿ ਪਿਤਾ ਜੀ ਤੁਸੀਂ ਸਭ ਜਾਣਦੇ ਹੋ, ਪਰ ਫਿਰ ਵੀ ਗੁਰੂ ਸਾਹਿਬ ਜੀ ਜਾਣ ਕੇ ਕਿ ਆਪ ਜੀ ਨੇ ਪੁੱਛਿਆ ਹੈ, ਸਾਰੀ ਗੱਲ ਦੱਸੀ ਕਿ ਜਿਵੇਂ ਬਾਬਾ ਬੁੱਢਣ ਸ਼ਾਹ ਜੀ ਨੂੰ ਮਿਲੇ ਤੇ ਬਾਬਾ ਬੁੱਢਣ ਸਾਹਿਬ ਨੇ ਦੱਸਿਆ ਕਿ ਪਹਾੜ ਦੇ ਬਿਲਕੁਲ ਮੁੱਢ 'ਚ ਥੱਲੇ ਬੜੀ ਸੋਹਣੀ ਥਾਂ, ਤੁਸੀਂ ਉੱਥੇ ਨਗਰ ਵਸਾਓ। ਚਰਨ ਆਪ ਚੱਲ ਪਾਵੋ ਜਪੈ, ਸ਼ੋਭੈ ਪਾਵਨ ਹੈ ਕਰ ਤਪੈ। ਸਤਿਗੁਰ ਜੀ ਭਾਵੇਂ ਨਗਰ ਆਪ ਜੀ ਦੀ ਕਿਰਪਾ ਨਾਲ ਬੜਾ ਸੋਹਣਾ ਵਸ ਗਿਆ ਹੈ, ਪਰ ਉਹ ਸੋਹਣਾ ਤਾਂ ਉਦੋਂ ਹੋਣਾ ਜਦੋਂ ਆਪ ਜੀ ਚਰਨ ਪਾਓਗੇ। ਸੁਭਾਈਮਾਨ ਤਾਂ ਉਦੋਂ ਹੋਏਗਾ ਜਦੋਂ ਆਪ ਜੀ ਦੇ ਚਰਨ ਪੈਣਗੇ। ਸੁਣਤ ਪੁੱਤਰ ਤੇ ਸਾਧ ਬਖਾਨਾ, ਕਰਿਓ ਕਰਮ ਸਗਰੋ ਸਨਮਾਨਾ। ਪੁੱਤਰ ਤੋਂ ਸੁਣ ਕੇ ਸਤਿਗੁਰੂ ਜੀ ਨੇ ਸ਼ਾਬਾਸ਼ ਦਿੱਤੀ ਕਿ ਸ਼ਾਬਾਸ਼, ਸਾਰੇ ਕੰਮ ਤੂੰ ਬੜੇ ਪ੍ਰੇਮ ਦੇ ਨਾਲ ਕੀਤੇ ਨੇ, ਬੜਾ ਗੁਰੂ ਸਾਹਿਬ ਜੀ ਨੇ ਸਤਿਕਾਰ ਕੀਤਾ। ਸ੍ਰੀ ਹਰਿ ਰਾਏ ਅੰਕ ਮੈਂ ਲਏ, ਨੱਤੇ ਚਰਨ ਬੰਦਨਾ ਕਹੇ। ਬਾਬਾ ਗੁਰਦਿੱਤਾ ਜੀ ਦੀ ਪਤਨੀ ਕਹਿੰਦੇ ਸ੍ਰੀ ਹਰਿ ਰਾਏ ਸਾਹਿਬ ਨੂੰ ਗੋਦ ਵਿੱਚ ਚੁੱਕਿਆ ਹੈ। ਗੁਰੂ ਸਾਹਿਬ ਦੇ ਚਰਨਾਂ 'ਤੇ ਜਦੋਂ ਨਮਸਕਾਰ ਕੀਤੀ, ਸਤਿਗੁਰੂ ਜੀ ਨੇ ਆਪਣੇ ਪੁੱਤੇ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਆਪ ਗੋਦ ਵਿੱਚ ਚੁੱਕ ਲਿਆ। ਜੁਗ ਪੁੱਤਰਣ ਪਾਇਨ ਪਰ ਪਾਏ, ਪਿਕ ਪੋਤਰਣ ਸਤਿਗੁਰ ਹਰਿ ਖਾਏ। ਦੋਵਾਂ ਪੁੱਤਰਿਆਂ ਨੂੰ ਗੁਰੂ ਸਾਹਿਬ ਜੀ ਦੀ ਨੂੰਹ ਨੇ ਸਤਿਗੁਰ ਦੇ ਚਰਨਾਂ ਵਿੱਚ ਪਾਇਆ, ਔਰ ਗੁਰੂ ਸਾਹਿਬ ਜੀ ਦੋਵਾਂ ਪੁੱਤਰਿਆਂ ਨੂੰ ਵੇਖ ਕੇ ਪ੍ਰਸੰਨ ਹੁੰਦੇ ਨੇ। ਬੈਠਾ ਰੇ ਨਿਜ ਅੰਕ ਮਝਾਰੇ, ਮ੍ਰਿਦਰ ਬਾਣੀ ਕੇ ਸਹਿਤ ਦੁਲਾਰੇ। ਸਤਿਗੁਰੂ ਜੀ ਨੇ ਸ੍ਰੀ ਹਰਿ ਰਾਏ ਸਾਹਿਬ ਜੀ ਨੂੰ ਗੋਦ ਵਿੱਚ ਬਿਠਾ ਲਿਆ ਸੱਜੇ ਪਾਸੇ, ਧੀਰਮਲ ਨੂੰ ਬਿਠਾ ਲਿਆ ਖੱਬੇ ਪਾਸੇ। ਪਿਆਰ ਕੀਤਾ, ਬੜਾ ਦੁਲਾਰ ਕੀਤਾ। ਗੁਰਤਾ ਉਚਿਤ ਲਖੇ ਹਰਿ ਰਾਏ, ਕਿਰਪਾ ਦ੍ਰਿਸ਼ ਤਿਨ ਪਾਰ ਅਧਿਕਾਏ। ਕਿਉਂਕਿ ਸਤਿਗੁਰੂ ਜੀ ਤੇ ਸਭ ਜਾਣਦੇ ਸਨ ਕਿ ਭਾਵੇਂ ਧੀਰਮਲ ਵੱਡਾ ਹੈ, ਭਾਵੇਂ ਗੁਰੂ ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਹੋਣਗੇ, ਪਰ ਸਤਿਗੁਰੂ ਜੀ ਜਾਣਦੇ ਨੇ ਕਿ ਸ੍ਰੀ ਹਰਿ ਰਾਏ ਸਾਹਿਬ ਜੀ ਆਉਣ ਵਾਲੇ ਸਮੇਂ 'ਚ ਗੁਰਤਾ ਗੱਦੀ 'ਤੇ ਇਹ ਬਿਰਾਜਮਾਨ ਹੋਣਗੇ, ਇਹ ਯੋਗ ਨੇ। ਸ੍ਰੀ ਗੁਰਦਿੱਤਾ ਅੰਤਰ ਗਇਓ, ਤੀਨ ਮਾਤ ਕੋ ਬੰਧਤ ਭਇਓ। ਕਹਿੰਦੇ ਫਿਰ ਬਾਬਾ ਗੁਰਦਿੱਤਾ ਜੀ ਅੰਦਰ ਗਏ, ਤਿੰਨਾਂ ਮਾਤਾਵਾਂ ਨੂੰ, ਮਾਤਾ ਦਮੋਦਰੀ ਜੀ, ਮਾਤਾ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਨੂੰ ਜਾ ਕੇ ਮਿਲੇ, ਨਮਸਕਾਰ ਕੀਤੀ। ਪਿੱਖ ਦਮੋਦਰੇ ਸੁਤ ਹਰਿ ਖਾਏ, ਸੁਦਾ ਸਮਾਨ ਅਸਿੱਖਾ ਗਾਏ। ਮਾਤਾ ਦਮੋਦਰੀ ਜੀ ਨੇ ਆਪਣੇ ਪੁੱਤਰ ਨੂੰ ਵੇਖਿਆ, ਬੜੇ ਪ੍ਰਸੰਨ ਹੋਏ ਤੇ ਅੰਮ੍ਰਿਤ ਵਾਂਗ ਮਿੱਠੀਆਂ ਅਸੀਸਾਂ ਦਿੱਤੀਆਂ। ਬਹੁਰ ਨਾਨਕੀ ਹਰਿ ਮਰਵਾਹੀ, ਦਈ ਅਸੀਸ ਰਹੋ ਮੁਦ ਮਾਹੀ। ਫਿਰ ਨਾਨਕੀ ਜੀ ਤੇ ਮਾਤਾ ਮਰਵਾਹੀ ਜੀ ਨੇ ਵੀ ਅਸੀਸ ਦਿੱਤੀ ਕਿ ਪੁੱਤਰ ਖੁਸ਼ ਰਹੋ, ਜਿਉਂਦੇ ਰਹੋ। ਮਿਲ ਕਰ ਵਹਿਰ ਨਿਕਸ ਤਬ ਆਏ, ਮਿਲੇ ਸਗਲ ਹੀ ਬੰਧਨ ਗਾਏ। ਸਾਰਿਆਂ ਨੂੰ ਮਿਲ ਕੇ ਬਾਬਾ ਗੁਰਦਿੱਤਾ ਜੀ ਬਾਹਰ ਆਏ, ਫਿਰ ਸਾਰਿਆਂ ਨੂੰ ਮਿਲੇ, ਸਿੱਖਾਂ ਨੂੰ ਮਿਲੇ, ਸਾਰਿਆਂ ਨੇ ਮਿਲ ਕੇ ਨਮਸਕਾਰ ਕੀਤੀ। ਸਾਈਂ ਦਾਸ ਆਦ ਵਿਧੀ ਆਦ, ਮਿਲੇ ਕੁਸ਼ਲ ਬੂਝਤ ਅਹਿਲਾਦ। ਭਾਈ ਸਾਈਂ ਦਾਸ ਮਿਲੇ, ਭਾਈ ਬਿਧੀ ਚੰਦ ਜੀ ਮਿਲੇ, ਹੋਰ ਸਾਰੇ ਜਿਹੜੇ ਸਿੱਖ ਨੇ ਉਹ ਮਿਲਦੇ ਨੇ, ਸੁੱਖ ਸੰਦ ਪੁੱਛਦੇ ਨੇ। ਗੁਰਸੁਤ ਸਗਲ ਬਾਤ ਕੇ ਲਾਇਕ, ਮਿੱਤਰਣ ਹਰਖਤ ਸ਼ਤਰਣ ਘਾਇਤ। ਗੁਰਸੁਤ ਸਗਲ ਬਾਤ ਕੇ ਲਾਇਕ। ਹੁਣ ਜਿਹੜੇ ਸਿੱਖ ਨੇ ਉਹ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਗੁਰੂ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਸਾਰੀਆਂ ਗੱਲਾਂ ਦੇ ਲਾਇਕ ਨੇ। ਇਹ ਮਿੱਤਰਾਂ ਦੇ ਮਿੱਤਰ ਨੇ ਤੇ ਵੈਰੀਆਂ ਨੂੰ ਮਾਰਨ ਵਾਲੇ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਨੇ। ਪੁਨ ਨਤੇ ਘਰ ਅੰਤਰ ਬਰੇ, ਸਭ ਸਾਸਨ ਕੋ ਬੰਧਨ ਕਰੇ। ਇਹਨੇ ਨੂੰ ਬਾਬਾ ਗੁਰਦਿੱਤਾ ਜੀ ਦੀ ਪਤਨੀ ਦੋਵੇਂ ਪੁੱਤਰਾਂ ਨੂੰ ਨਾਲ ਲੈ ਕੇ ਘਰ ਦੇ ਵਿੱਚ ਗਈ। ਸਭ ਸਾਸਨ ਕੋ ਬੰਧਨ ਕਰੀ, ਤਿੰਨੇ ਸੱਸਾਂ
ਮਾਤਾ ਦਮੋਦਰੀ ਜੀ, ਨਾਨਕੀ ਜੀ, ਮਰਵਾਹੀ ਜੀ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਪੋਤਰੇ ਪਿਕਤ ਪਰਮ ਹੁਲਸਾਏ, ਗਹਿ ਬਾਹਣ ਲੈ ਅੰਕ ਬਿਠਾਏ। ਪੋਤਰਿਆਂ ਨੂੰ ਵੇਖ ਕੇ ਹੁਣ ਦਾਦੀਆਂ ਨੇ ਬਹੁਤੇ ਆਨੰਦ ਵਿੱਚ ਆਈਆਂ, ਬੜੀਆਂ ਖੁਸ਼ ਹੋਈਆਂ ਨੇ, ਚੁੱਕ ਕੇ ਗੋਦ 'ਚ ਬਿਠਾਇਆ। ਕਰੇ ਨਮੋ ਰਾਮੋ ਪਗ ਫੇਰ, ਜੁਗ ਪੁੱਤਰਣ ਹੋਏ ਬੈਸ ਵਡੇਰ। ਫਿਰ ਬੀਬੀ ਰਾਮੋ ਦੇ ਚਰਨਾਂ 'ਚ ਨਮਸਕਾਰ ਕੀਤੀ ਔਰ ਬੀਬੀ ਰਾਮੋ ਨੇ ਅਸੀਸ ਦਿੱਤੀ ਦੋਵਾਂ ਪੁੱਤਰਾਂ ਨੂੰ ਕਿ ਲੰਮੀ ਉਮਰ ਹੋਏ, ਜਿਉਂਦੇ ਰਹਿਣ। ਸਭ ਸਾਸਨ ਸੁਭ ਨੁਖਾ ਨਿਹਾਰੇ, ਸਨਮਾਨੇ ਬਹੁ ਨਿਕਟ ਬਿਠਾਰੇ। ਕਹਿੰਦੇ ਤਿੰਨੇ ਸੱਸਾਂ ਨੇ ਆਪਣੀ ਨੂੰਹ ਨੂੰ ਵੇਖਿਆ, ਬੜਾ ਸਨਮਾਨ ਕੀਤਾ, ਆਪਣੇ ਕੋਲ ਬਿਠਾਇਆ। ਸਭਨ ਵਿਖੇ ਆਨੰਦ ਬੜ ਹੋਵਾ, ਗੁਰ ਪਰਿਵਾਰ ਏਕ ਥਲ ਜੋਵਾ। ਅੱਜ ਸਾਰਿਆਂ ਦੇ ਵਿੱਚ ਬੜਾ ਆਨੰਦ ਹੈ ਕਿ ਗੁਰੂ ਦਾ ਪਰਿਵਾਰ ਅੱਜ ਕਈ ਮਹੀਨਿਆਂ ਤੋਂ ਬਾਅਦ ਸਾਰਾ ਇੱਕ ਥਾਂ 'ਤੇ ਇਕੱਠਾ ਹੋ ਕੇ ਬੈਠਾ ਹੈ। ਕੇਤਕ ਦਿਨ ਪੁਨ ਬਸਤ ਬਿਤਾਏ, ਮੇਲਾ ਦਿਵਸ ਬਸੋ ਆਇਆ ਏ। ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ ਇੱਥੇ ਆਏ ਨੇ ਤੇ ਕਈ ਦਿਨ ਰਹਿ ਕੇ ਬਤੀਤ ਕੀਤੇ। ਉਧਰੋਂ ਅੱਗੇ ਵਿਸਾਖੀ ਦਾ ਮੇਲਾ ਆ ਗਿਆ। ਚੌਂ ਦਿਸ ਕੇ ਸੰਗਤ ਸਮੁਦਾਏ, ਲਏ ਅਕੋਰਣ ਕੋ ਉਮੜਾਏ। ਚਾਰ ਪਾਸਿਆਂ ਦੀ ਸੰਗਤ, ਕਿਉਂਕਿ ਇਸ ਵਿਸਾਖੀ ਵਾਲੇ ਦਿਨ ਵਿਸ਼ੇਸ਼ ਤੌਰ 'ਤੇ ਹੁੰਦੇ ਸਨ। ਔਰ ਗੁਰੂ ਸਾਹਿਬ ਜੀ ਦੇ ਦਸਵੰਧ ਦੀ ਮਾਇਆ ਅਨੇਕਾਂ ਹੋਰ ਭੇਟਾਵਾਂ ਲੈ ਕੇ ਸੰਗਤ ਜਿਹੜੀ ਸੀ ਉਮੜ ਕੇ ਆਈ। ਨਰ ਨਾਰੇ ਗੁਰ ਕੀਰਤ ਕਰਤੇ, ਆਨ ਆਨ ਕਰ ਦਰਸ਼ਨੇ ਹਰਤੇ। ਕੀ ਨਾਰੀ ਕੀ ਪੁਰਸ਼, ਵੱਡੇ ਛੋਟੇ ਸਾਰੇ ਗੁਰੂ ਸਾਹਿਬ ਜੀ ਦੀ ਕੀਰਤੀ ਗਾਉਂਦੇ ਨੇ, ਜੈ ਜੈਕਾਰ ਕਰਦੇ ਨੇ, ਆ ਕੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਨੇ। ਵੱਡ ਮਸੰਦਨ ਵਿਛਾਵਣ ਕਰੈ, ਸ਼ਸਤਰ ਸਜਾਏ ਗੁਰੂ ਤਬ ਥਿਰੈ। ਔਰ ਬਹੁਤ ਵੱਡੇ ਵੱਡੇ ਮਸੰਦ ਗੁਰੂ ਕੇ ਸਿੱਖ ਜਿਹੜੇ ਦੂਰ ਦੂਰ ਗੁਰੂ ਸਾਹਿਬ ਜੀ ਨੇ ਪ੍ਰਚਾਰਕ ਥਾਪ ਕੇ ਭੇਜੇ ਸਨ, ਉਹ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਆਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਸਤਰ ਸਜਾਏ ਗੁਰੂ ਤਬ ਥਿਰੈ। ਗੁਰੂ ਸਾਹਿਬ ਜੀ ਸ਼ਸਤਰ ਸਜਾਏ ਹੋਏ ਨੇ, ਦੀਵਾਨ ਦੇ ਵਿੱਚ ਇੱਕ ਦਿਨ ਬੈਠੇ ਹੋਏ ਨੇ। ਬਿਸਤ ਮਰਾਲਣ ਕੇਰ ਮਨੰਦ, ਢੂਰਤ ਚਮਰ ਦੁੱਤ ਹੋਤ ਬਿਲੰਦ। ਉਸ ਵੇਲੇ ਗੁਰੂ ਸਾਹਿਬ ਜੀ ਦੇ ਉੱਤੇ ਗੁਰੂ ਕੇ ਸਿੱਖ ਜਿਹੜੇ ਨੇ ਉਹ ਚੌਰ ਕਰਦੇ ਨੇ। ਔਰ ਚੌਰ ਦੀ ਉਦਾਹਰਨ ਦਿੱਤੀ ਕੋ ਹੰਸ ਦੇ ਵਾਂਗੂ, ਜਿਵੇਂ ਹੰਸ ਉਡਾਰੀਆਂ ਮਾਰਦਾ ਹੈ, ਇਵੇਂ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਇੱਕ ਪਾਸੋਂ ਚੌਰ ਸਾਹਿਬ ਨੂੰ ਚੁੱਕਦੇ ਨੇ, ਐਨ ਉੱਚੀ ਸਿਰ ਤੱਕ ਉੱਚੀ ਬਾਂਹ ਕਰਕੇ, ਤੇ ਦੂਜੇ ਪਾਸੇ ਨੂੰ ਲੈ ਕੇ ਜਾਂਦੇ ਨੇ ਜਿਵੇਂ ਹੰਸ ਉਡਾਰੀਆਂ ਮਾਰਦਾ ਹੈ। ਖਰੋ ਮੇਵਰੋ ਹੋਏ ਅਗਾਰੀ, ਸੰਗਤ ਕੀ ਅਰਦਾਸ ਉਚਾਰੀ। ਅੱਗੇ ਮੇਵੜਾ ਸਿੱਖ, ਅਰਦਾਸ ਕਰਨ ਵਾਲਾ ਸਿੱਖ ਖੜਾ ਹੈ, ਜੋ ਸੰਗਤਾਂ ਦੀ ਅਰਦਾਸ ਗੁਰੂ ਸਾਹਿਬ ਜੀ ਕੋਲ ਕਰਦਾ ਕਿ ਸਤਿਗੁਰੂ ਜੀ ਇਹ ਫਲਾਣੇ ਦੇਸ਼ ਦੀਆਂ ਸੰਗਤਾਂ ਆਈਆਂ ਨੇ। ਬ੍ਰਿੰਦ ਮਸੰਦ ਬਿਲੰਦ ਧਣੀ ਹੈ, ਆਨੇ ਗੁਰ ਕੀ ਕਾਰ ਘਣੀ ਹੈ। ਔਰ ਗੁਰੂ ਕੇ ਮਸੰਦ ਵੀ ਕਹਿੰਦੇ ਬ੍ਰਿੰਦ ਮਸੰਦ ਬਿਲੰਦ ਧਣੀ ਹੈ, ਉਹ ਵੀ ਬੜੇ ਧਣੀ ਅਮੀਰ ਨੇ। ਕੁਝ ਤੇ ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਕੋਲ ਦਸਾਂ ਨੌਹਾਂ ਦੀ ਕਮਾਈ ਹੈ ਉਹ ਘਰੋਂ ਹੀ ਰੱਜੇ ਪੁੱਜੇ ਨੇ। ਔਰ ਇੱਥੋਂ ਤੱਕ ਕੁਝ ਮਸੰਦ ਸਨ ਕਿ ਜਿਹੜੇ ਗੁਰੂ ਘਰ ਦੀ ਭੇਟਾ ਲੈ ਕੇ ਆਪਣਾ ਘਰ ਭਰਨ ਵਾਲੇ ਵੀ ਸਨ, ਉਹ ਇਸ ਤਰ੍ਹਾਂ ਵੀ ਅਮੀਰ ਹੋਏ ਸਨ। ਉਹ ਬਹੁਤ ਸਾਰੀ ਕਾਰ ਭੇਟਾ ਗੁਰੂ ਸਾਹਿਬ ਦੇ ਕੋਲ ਲੈ ਕੇ ਆਉਂਦੇ ਨੇ, ਕਿਉਂਕਿ 6-6 ਮਹੀਨੇ ਦੀ, ਕਈ ਸਾਲ ਦੀ ਇਕੱਠੀ ਕਰਕੇ ਲਿਆਉਂਦੇ ਨੇ। ਜਥਾ ਜੋਗ ਸਭ ਕੋ ਹਰਖਾਵੈ, ਦੇਸਨ ਕੇ ਦਸਤਾਰ ਬੰਧਾਵੈ। ਸਤਿਗੁਰੂ ਜੀ ਜਥਾ ਜੋਗ ਸਾਰਿਆਂ ਦਾ ਬੜਾ ਸਨਮਾਨ ਕਰਦੇ ਨੇ। ਜਿਹੜੇ ਦੇਸ਼ ਤੋਂ, ਜਿਹੜੇ ਇਲਾਕੇ ਤੋਂ, ਸ਼ਹਿਰ ਨਗਰ ਤੋਂ ਕੋਈ ਮਸੰਦ ਸੰਗਤ ਲੈ ਕੇ ਆਉਂਦਾ ਹੈ, ਉਸੇ ਸ਼ਹਿਰ ਦੇਸ਼ ਦੇ ਨਾਂ 'ਤੇ ਗੁਰੂ ਸਾਹਿਬ ਜੀ ਨੂੰ ਦਸਤਾਰ ਦਿੰਦੇ ਨੇ। ਕਿਤ ਤੇ ਲਛ ਜੁਗਮ ਲਛ ਲਿਆਵੈ, ਗੁਰ ਕੇ ਕਾਰ ਚਲੇ ਨਿਤ ਆਵੈ। ਕਿਉਂਕਿ ਮਸੰਦ ਘਰਾਂ ਦੇ ਵਿੱਚੋਂ ਵੀ ਜਾ ਕੇ ਦਸਵੰਧ ਦੇ ਮਾਇਆ ਇਕੱਠੇ ਕਰਦੇ ਸਨ, ਔਰ ਸਿੱਖਾਂ ਨੂੰ ਪਤਾ ਹੁੰਦਾ ਸੀ ਗੁਰੂ ਦੇ ਮਸੰਦ ਨੇ, ਉਹ ਆਪਣੇ ਆਪ ਵੀ ਗੁਰੂ ਦੇ ਮਸੰਦਾਂ ਕੋਲ ਲਿਆ ਕੇ ਭੇਟਾ ਜਮ੍ਹਾਂ ਕਰਾਉਂਦੇ ਸਨ। ਇਸ ਕਰਕੇ ਇਹ ਵਿਸਾਖੀ ਵਾਲੇ ਦਿਨ ਕੋਈ ਮਸੰਦ 1 ਲੱਖ ਲਿਆ ਕੇ ਭੇਟਾ ਦੇ ਰਿਹਾ ਹੈ, ਕੋਈ 2 ਲੱਖ ਲਿਆ ਕੇ ਦਿੰਦਾ ਹੈ। ਗੁਰ ਕੇ ਕਾਰ ਚਲੀ ਨਿਤ ਆਵੈ,
इस तरह गुरु के चरणों के विच उन्हां दिनां दे विच लख 2 लाख किते 3 लाख और उन्हां दिनां विच लख बड़ी वड्डी कीमत हुंदी सी जी। इस तरह की कार पेटा नित आउंदी हर रोज़। आद संगला देप निकाया चौंदिस ते पहुँचत बहु माया, क्योंकि विसाखी वाले दिन तो माया संगला देप तक श्रीलंका तक गुरु साहब के सिख जिहड़े फैले हुए सन कि जिथे शिवनाग वर्गे राजे भी ने, अगे राजे दे औलाद भी है, वो भी बहुत सारी माया भेजती है। चारे पासे गुरु साहब के सिख ने और माया लैके आउंदे ने। छठे मास को आए मसंद को सम्मत मह ले धन बरिंद। कई मसंद 6 महीनों बाद आउंदे ने और कई जिहड़े बहुत ही दूर संगला देप वर्गे देशों च ने वो फिर साल बाद लैके पहुँचते हैं। सब देसन पर बंद अजारे नित ही आनत धन गुरकारे। सारे देशों में वख-वख मसंद गुरु साहब ने थापे हुए सन और अपने गुजरान वास्ते भी इत्थों माया खुली वरतते सन। सालाना या 6 महीने बाद वो हाथ जोड़ के गुरु साहब के चरणों में भी माया देंदे सन। को सिख ले पहुँचत है आप आए जे दर्शत होए निस पाप। और बहुत सारे सिख जन जेडे सीधी माया आप लैके गुरु साहब जी को आउंदे ने कि जेडे दर्शनों की चाहत लैके आउंदे ने और अपनी 6 महीनों की साल की दसवंध की माया इकट्ठी करके आप ही लियाउंदे ने। बेशुमार होए लेन रुदेन अरपे वस्तु जेन रुकेन। कवि संतोख सिंह लिखते हैं कि बेशुमार ही लेन देन हुंदा है। ये नहीं कि लखा आउंदे ने तो गुरु साहब जी भंडारे च भरी आउंदे ने। जे लखा आउंदे ने गुरु साहब जी लखा खर्चते भी ने। किते घोड़े खरीदने, किते शस्त्र खरीदने, फिर किते एडे एडे वड्डे लंगर लाउने। जो मसंद जिस देश में जारा सो ले संगत संग उधारा। क्योंकि जेड़ा भी मसंद जेड़े देश में सी कला नहीं सी आउंदा, अपने नाल बहुत सारी सिख संगत नाल लेके आउंदा सी। फिर सुख नाल उस संगत का लंगर भी इत्थे तैयार होना। आण करे दर्शन गुर केरा तरे उपायन दर्प कनेरा। सिख आके गुरु साहब के दर्शन करते हैं और दर रुपये पैसे की गिनती नहीं इन्होंने दिनों च होंदी। संगत के दर्शन हित दैबे जब बैठे सतगुर दुत लैबे। जदों भी सतगुरु जी सवेरे शाम संगतां नूं दर्शन देने वास्ते दरबार सजा के बैठते हैं। जदों सुभायमान होंदे ने संगतां उदों ही उमड़ के आउंदियां ने दर्शन करन। अणक पदार्थ के अंबार होत जात नह परे सुमार। धन तो बिना जिहड़े होर पदार्थ ने भेटावां ने एडे एडे वड्डे ढेर लग जाते हैं जिन्हां दा पारावार ही नहीं हुंदा। बेशुमार ही ढेर लगते हैं। तर तर शरदा संगत आवे मानो कामना पाए सिधावे। सिख जिहड़े ने बहुते ने वो कोई ना कोई कामना रख के आउंदे ने और गुरु साहब के दर्शन करके भेटा अर्पण करके अपनियां मन दियां मनोकामनियां पूर्ण करा के वापस जाते हैं। सावन मास व्रत रत्यो सारे गुर परिवार मिलियो मद धारे। विसाखी दा मेला जिहड़ा वो लंघिया, समा अगे बीतदा गया, साउण दा महीना आया। उदों तक सारा परिवार इकट्ठा। बाबा गुरदित्ता जी भी इत्थे ने। सर्ब एकत्र मिले तिस थाना पिखत परस पार मिल सुख माना। क्योंकि सारा परिवार भाई के डरोले इकट्ठा से सारे आपस में मिल के बड़े खुश आनंद में कई महीने कढ़े। तब दमुदरे बैस बिताए प्राण अंत अपनों लख पाए। उधरों साढ़े सत्कारयोग माता जी माता दमुदरी जी, उन्हों की उम्र सवास जिन्ने परमेश्वर ने दिते सन पूरे हो गए। और इनका माता दमुदरी जी को पहलों पता लग गया कि हुण बस अखीरले सवास ने। ये नहीं कि बीमार होए ने तो बिल्कुल चलते फिरते ठीक ठाक। पत सतगुरु को दर्शन करो हाथ जोर बच बिनय उचरियो।
ਮਾਤਾ ਜੀ ਆਏ, ਆਪਣੇ ਪਤੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਤੁਮ ਪ੍ਰਭ ਹੋ ਸਭੇ ਬਿਦ ਲਾਇਕ, ਬੜੇ ਪੁੰਨ ਫਲ ਭਾਵਮ ਨਾਇਕ। ਕਿ ਸਤਿਗੁਰੂ ਜੀ ਤੁਸੀਂ ਸਾਰੇ ਹੀ ਤਰੀਕਾਂ ਦੇ ਨਾਲ ਸਮਰੱਥ ਹੋ, ਵੱਡੇ ਪੁੰਨਾਂ ਦਾ ਫਲ ਦੇਣ ਕਰਕੇ, ਮੇਰੇ ਵੱਡੇ ਭਾਗ ਹੋਣ ਕਰਕੇ ਆਪ ਜੀ ਮੇਰੇ ਮਾਲਕ, ਮੇਰੇ ਪਤੀ ਬਣੇ, ਮੇਰੇ ਗੁਰੂ ਵੀ ਹੋ, ਮੇਰੇ ਪਰਮੇਸ਼ਰ ਵੀ ਹੋ। ਮੈਂ ਅਣਜਾਣ ਪੜੇ ਕੁਛ ਕਹਿਓ, ਨਹੀਂ ਮਹਾਤਮ ਨੇਕੇ ਲਹਿਓ। ਪਰ ਸਤਿਗੁਰੂ ਜੀ ਜੇ ਮੈਂ ਅਣਜਾਣ ਪੁਣੇ ਦੇ ਵਿੱਚ ਕੁਝ ਸਿਰਫ ਪਤੀ ਜਾਣ ਕੇ ਕੁਝ ਕਹਿ ਦਿੱਤਾ ਹੋਵੇ, ਆਪ ਜੀ ਦੇ ਮਹਾਤਮਾ, ਆਪ ਜੀ ਦੀ ਜਿਹੜੀ ਮਹਿਮਾ ਹੈ, ਮਹਾਤਮ ਹੈ, ਮੈਂ ਉਹਨੂੰ ਪੂਰੀ ਤਰ੍ਹਾਂ ਨਹੀਂ ਜਾਣ ਸਕਦੀ। ਕਿਰਪਾ ਧਾਰ ਸੋ ਬਖਸ਼ਣ ਕੀਜੈ, ਅੰਤ ਸਮਾਂ ਮੇਰੂ ਲਖ ਲੀਜੈ। ਤੇ ਸਤਿਗੁਰੂ ਜੀ ਅੱਜ ਕਿਰਪਾ ਕਰਿਓ, ਮੇਰਾ ਉਹ ਜੇ ਕਿਤੇ ਵੱਧ ਘੱਟ ਬੋਲਿਆ ਹੋਵੇ ਤੇ ਕਿਰਪਾ ਕਰਕੇ ਮੈਨੂੰ ਬਖਸ਼ ਦਿਓ, ਕਿਉਂਕਿ ਹੁਣ ਮੇਰਾ ਅੰਤ ਸਮਾਂ ਆ ਗਿਆ ਹੈ। ਨਿਜ ਚਰਨਣ ਕੇ ਦਾਸੇ ਜਾਨੋ, ਬੀਚ ਪ੍ਰਲੋਕ ਮਿਲਾਵਣ ਠਾਨੋ। ਸਤਿਗੁਰੂ ਜੀ ਅੱਜ ਕੇਵਲ ਆਪ ਜੀ ਦੀ ਪਤਨੀ ਨਹੀਂ, ਮੈਂ ਆਪ ਜੀ ਦੇ ਸਿੱਖ ਹੋ ਕੇ ਆਪ ਜੀ ਦੇ ਚਰਨਾਂ 'ਚ ਅਰਦਾਸ ਕਰਨਾ ਹੀ ਹਾਂ ਕਿ ਕਿਰਪਾ ਕਰੋ, ਆਪਣੀ ਦਾਸੀ ਜਾਣ ਕੇ, ਸੇਵਕ ਜਾਣ ਕੇ, ਸਿੱਖ ਜਾਣ ਕੇ ਅੱਗੇ ਪਰਲੋਕ ਵਿੱਚ ਵੀ ਮੈਨੂੰ ਚਰਨਾਂ 'ਚ ਥਾਂ ਬਖਸ਼ਿਓ। ਮੈਂ ਅਜਾਣ ਪੁਨ ਤ੍ਰਿਆ ਮਤਿਆ ਹੈ, ਰਾਵਰ ਭੇਵ ਦੇਵ ਨਹਿ ਲਹੈ। ਸਤਿਗੁਰੂ ਜੀ ਮੈਂ ਅਣਜਾਣ ਹਾਂ, ਛੋਟੀ ਮੱਤ ਵਾਲੀ ਇਸਤਰੀ ਹਾਂ, ਤੇ ਆਪ ਜੀ ਸਮਰੱਥੋ, ਮੈਂ ਆਪ ਜੀ ਦੇ ਭੇਦ ਨੂੰ ਤਾਂ ਨਹੀਂ ਜਾਣ ਸਕਦੀ। ਬਿਨੈ ਸੁਣੇ ਗੁਰ ਧੀਰਜ ਦੇਨ, ਸਦਾ ਸੰਗ ਤੂੰ ਹਮਰੇ ਚੀਨ। ਉੱਥੇ ਸਤਿਗੁਰੂ ਜੀ ਨੇ ਫਿਰ ਬੇਨਤੀ ਸੁਣੀ ਤੇ ਧੀਰਜ ਦਿੱਤਾ। ਹੁਣ ਗੁਰੂ ਸਾਹਿਬ ਜੀ ਧੀਰਜ ਦਿੰਦੇ ਨੇ ਆਪਣੇ ਸਿੱਖ ਨੂੰ, ਕੇਵਲ ਪਤਨੀ ਨੂੰ ਨਹੀਂ, ਕਿਉਂਕਿ ਸਿੱਖ ਬਣ ਕੇ ਅਰਦਾਸ ਕੀਤੀ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਤੁਸੀਂ ਸਦਾ ਹੀ ਸਾਡੇ ਨਾਲ। ਗੁਰ ਘਰ ਕੇ ਮਹਿਮਾ ਬੜ ਭਾਰੇ, ਸ਼ਰਧਾ ਧਰੇ ਸੋ ਨਰ ਕੈ ਨਾਰੇ। ਸਤਿਗੁਰੂ ਕਹਿੰਦੇ ਨੇ ਦਮੋਦਰ ਜੀ, ਇਸ ਧੰਨ ਗੁਰੂ ਨਾਨਕ ਦੇਵ ਦੇ ਘਰ ਦੀ ਤੇ ਮਹਿਮਾ ਬੜੀ ਭਾਰੀ ਹੈ। ਇੱਥੇ ਕੀ ਨਾਰੀ ਤੇ ਕੀ ਪੁਰਸ਼, ਜਿੰਨੇ ਵੀ ਸ਼ਰਧਾ ਗੁਰੂ ਘਰ ਤੇ ਰੱਖੀ। ਪਰਮ ਗਤੇ ਸੋ ਪਹੁੰਚਤ ਜਾਏ, ਤੂੰ ਮਮਦਾਰ ਸਹਿਜ ਸੁਭਾਏ। ਕਿ ਜਿੰਨੇ ਵੀ ਸ਼ਰਧਾ ਰੱਖੇ ਉਹਨੂੰ ਪਰਮ ਗਤੀ ਮਿਲੀ ਹੈ, ਪਰਮ ਅਵਸਥਾ ਤੱਕ ਪਹੁੰਚਿਆ ਹੈ, ਤੇ ਤੂੰ ਤਾਂ ਫਿਰ ਸਾਡੀ ਪਤਨੀ ਵੀ ਹੈ। ਸਦ ਸੰਗੇ ਕਿਮ ਬਿਸਰੈ ਨਾਹੀ, ਤਨ ਤਿਆਗਣ ਸਭ ਹੀ ਜਗ ਮਾਹੀ। ਤੇ ਸਤਿਗੁਰੂ ਕਹਿੰਦੇ ਨੇ ਦਮੋਦਰੀ ਜੀ ਤੁਸੀਂ ਸਦਾ ਹੀ ਸਾਡੇ ਨਾਲ ਹੋ, ਕਦੇ ਨਹੀਂ ਵਿਛੜੋਗੇ। ਜਿੱਥੋਂ ਤੱਕ ਤਨ ਦੀ ਗੱਲ ਹੈ, ਤਨ ਤੇ ਸੰਸਾਰ ਵਿੱਚ ਐਸਾ ਕੋਈ ਨਹੀਂ ਜਿਹਨੇ ਆਪਣੇ ਕੋਲ ਰੱਖ ਲਿਆ ਹੋਵੇ। ਤਨ ਤੇ ਸਭ ਨੂੰ ਛੱਡਣਾ ਹੀ ਪੈਂਦਾ, ਚਾਹੇ ਕੋਈ ਚਾਹੇ। ਔਰ ਬਹੁਤੀ ਦੁਨੀਆ ਚਾਹੁੰਦੀ ਤੇ ਨਹੀਂ ਨਾ ਤਨ ਛੱਡਣਾ। 100 ਸਾਲ ਦਾ ਹੋ ਕੇ ਵੀ ਨਹੀਂ ਚਾਹੁੰਦਾ ਕਿ ਹਜੇ 10 ਸਾਲ ਹੋਰ ਸਹੀ ਪੜਪੋਤੇ ਦਾ ਵਿਆਹ ਹੀ ਵੇਖ ਲਵਾਂ। ਪਰ ਸਤਿਗੁਰੂ ਕਹਿੰਦੇ ਨੇ ਚਾਹੁੰਦਾ ਭਾਵੇਂ ਕੋਈ ਚਾਹੇ ਤੇ ਭਾਵੇਂ ਨਾ, ਤਨ ਤੇ ਸਭ ਨੂੰ ਛੱਡਣਾ ਹੀ ਪੈਂਦਾ। ਰੱਬ ਦੀ, ਪਰਮੇਸ਼ਰ ਦੀ ਮਰਿਆਦਾ ਹੀ ਐਸੀ ਹੈ। ਸਦ ਸੰਗੇ ਕਿਮ ਬਿਸਰੈ ਨਾਹੀ, ਤਨ ਤਿਆਗਣ ਸਭ ਹੀ ਜਗ ਮਾਹੀ। ਥਿਰ ਕੋ ਰਹਿ ਨਾ ਥੂਲ ਸਰੀਰ, ਨਿਜ ਬਾਰੇ ਸਭ ਪਾਏ ਬਹੀਰ। ਕੋਈ ਵੀ ਇੱਥੇ ਭਾਵੇਂ ਕਿੱਡਾ ਸਰੀਰ ਹੋਵੇ, ਆਪਣੇ ਆਪ ਨੂੰ ਕੋਈ ਕਿੱਡਾ ਵੱਡਾ ਕਹਾਉਂਦਾ ਹੋਵੇ, ਸੰਸਾਰ ਦੇ ਵਿੱਚ ਸਦਾ ਥਿਰ ਨਹੀਂ ਰਹਿੰਦਾ। ਕਿ ਆਪਣੇ ਵਾਰੇ ਦੇ ਮੁਤਾਬਕ ਸਭ ਨੂੰ ਚੱਲਣਾ ਪੈਂਦਾ ਹੈ। ਵਾਰੀ ਆਪੋ ਆਪਣੀ। ਜਿਨ੍ਹਾਂ ਨੂੰ ਸਾਈਂ ਦੀ ਸਾਧ ਆ ਗਈ, ਫਿਰ ਸਤਿਗੁਰੂ ਕਹਿੰਦੇ ਨੇ ਰਾਣਾ ਰਾਉ ਨਾ ਕੂਰ ਹੈ, ਰੰਗ ਨਾ ਤੁੰਗ ਫਕੀਰ। ਇਹ ਜਦੋਂ ਵਾਰੀ ਆ ਗਈ, ਨਾ ਕਿਸੇ ਰਾਜੇ ਨੇ ਨਾ ਰੰਗ ਨੇ, ਕਿਸੇ ਫਕੀਰ ਨੇ, ਕਿਸੇ ਅਮੀਰ ਨੇ, ਗਰੀਬ ਨੇ ਰਹਿਣਾ ਨਹੀਂ। ਉਰੇ ਵਾਰੀ ਕਦੋਂ ਆਉਣੀ ਹੈ ਇਹ ਸਾਈਂ ਜਾਣਦਾ ਹੈ। ਸੁਣ ਪੱਤ ਤੇ ਔਰ ਬਹੁ ਹਰ ਖਾਏ, ਬਹੁਰ ਕਟੰਬ ਮਿਲੇ ਸਮੁਦਾਏ। ਪਤੇ ਗੁਰੂ ਸਾਹਿਬ ਦੇ ਬਚਨ ਸੁਣ ਕੇ ਔਰ ਮਾਤਾ ਦਮੋਦਰੀ ਇਹ ਨਹੀਂ ਕਿ ਦੁਖੀ ਹੋ ਗਏ ਕਿ ਮੈਂ ਤਾਂ ਆਪਣੇ ਪੋਤਰੇ ਨੂੰ ਖਿਡਾਉਣਾ ਸੀ, ਹਜੇ ਉਹਨਾਂ ਨਾਲ ਖੇਡਣਾ ਸੀ। ਕਹਿੰਦੇ ਬੜੇ ਪ੍ਰਸੰਨ ਹੋਏ ਨੇ।
क्योंकि गुरु साहब जी का धीरज भी मिले ना, शरीर को तो छड्डना ही है। कहते फिर अपने आके सारे परिवार को मिले। कर स्नान को पौड़ी तहाँ, कुसको आस्त्रण रच जहाँ। माता दमोदरी जी ने इशनान किया, नवे वस्त्र पाए। और देखो सानू एक उपदेश भी है कि चलो भावें साडी ये मर्यादा है कि शरीर कोई त्याग जाए तो उन्होंने अंत समय इशनान कराओ, पर यह जरूरी नहीं, क्योंकि जेड़ा आप ही पहलू पता है कि शरीर छड्डना, इशनान कर ही दिता है, किया ही है। और बहुत सारे ऐसे गुरु के सिख ने, होर भगत ने कि जेड़े अमृत वेले इशनान करते हैं, जिन्होंने पता भी लग जाता है, वस्त्र भी पाए ने, पर कई बार मर्यादा जी बनी होंगी, फिर इनके विच लोकी बहुते वहम च पै जाते हैं कि नहीं ये तो अपने आप किया सी, हुण असीं भी कराउणा है। ऐसा नहीं, माता दमोदरी जी ने आप इशनान किया है, नवे वस्त्र पाए ने। कंत ध्यान मह होए है लीन, तन को त्यागण तत्शन कीन। कहते जपजी साहब का पाठ किया, पति गुरु के चरणों च ध्यान रखिया, जदों मत्था टेकिया लम्मे पे ने, मूँह के उत्ते कपड़ा लिया, तत् छिण उस वेले प्राण जड़े छड्ड दिते। गंग सास के पास पधारे, चढ़ विमान दीपत तुत भारे। ते कवि संतोख सिंह जी लिखते हैं कि अज दमोदरी जी भी अपनी सस ते साडे माता सत्कारयोग माता गंगा जी उन्होंने कोल चले गए। सब परिवार निहारत रहियो, प्राण अंत होए से जब लहियो। सारा परिवार वेखते रह गया कि वेखदे वेखदे माता जी के प्राणा का अंत हो गया। 1688 माही पापर लोक गुरु त्रियताही। 1688 बिकमणी नूं कहते गुरु साहब जी के महल ते साडे माता दमोदरी जी परलोक चले गए, शरीर त्याग के। रुदन के न मिल के सब नारे, रामो सुसा स्नेह दुखारी। और बेबे रामो जी अपनी भैन दे नाल मिल के, होर इस्त्रियां बीबियां आईयां ने मिल के उन्होंने रुदन भी किया। हुते सुमत बड़ भागण याही, सब परिवार उधारियो जाही। और बीबियां आपस में फिर गल्लां करदियां ने, कुछ रोंदियां भी ने कि दमोदरी जी वड्डे भागां वाले सन कि जिन्हां ने सारे परिवार नूं इन्ने सोहणे ढंग दे नाल संभाल के रखिया। माता पिता मोह बोहयान, गुरपत के ते कीनस कल्याण। कहते माता दमोदरी जी कल्ले आप ही नहीं, इन्ने भागां वाले सन, अपने माता पिता तो होर बीबी रामो जी कहते हैं कि मैनू भी जेड़े होर साडे रिश्तेदार ने, संबंधी ने, उन्हां दा भी इन्हां ने कल्याण किया, क्योंकि रामो जी दी भैन लगदे ने ना। रामो जी कहते साडा भी इन्हां करके भला होया है। जिसने सिरे गुरता जयो, जिसने सिरे गुर दिता जयो। जगतेश्वर प्रिय भरता भयो, कि जिस माँ ने गुरदित्ते वर्गे पुत्र नूं जन्म दिता, कि जिस मेरी भैन का आप परमेश्वर पति है, जिस भैन का पति गुरु है, वो किड्डे को भागां वाली है। इस दे पदवी कहाँ विचारी, तरे संबंधे सब नर नारी। हुण बीबी रामो जी कहते कि इन्हां दी जिहड़ी पदवी सी ना, वो इन्हां दी सी। बाकी भावें से सारे साग संबंधी रिश्तेदार हैं, पर जिहड़ी पदवी साडी भैन सत्कारयोग दमोदरी जी नूं मिली, वो उन्हां दी बनदी सी। इत्यादक गुण अनक उचारत, रुद्ध सुसा प्रीत परत पारत। अध्यात्मक नेकां गुण जिहड़े ने उन्हां नूं चेते करदे ने। भैन रामो अखां दे विच जल भी भरदा है, पर वो उन्हां दे गुणां नूं याद करके दूसरिਆਂ नूं हौसला भी दिंदे ने।
रुदत नानके तथा मरवाही नुखा प्रिलापत बहुत दुख माही। क्योंकि इवें दे समय दे विच अखा जित जल आई जाता है। नानके जी माता मरवाही जी कुछ रुदन उन्होंने भी किया है। यह जग रोदन नाद उठ्यो अधकाए श्री हरगोबिंद सगल हटाए। जदों बहुता रोना उच्चा हो गया सतगुरु जी ने आवाज़ मार के फिर सारे रोकया, रो भी रोवो ना, कि गुरु साहब के बचनों में इस वे जरूर याद करना चाहिए। जे धन गुरु अमरदास महाराज जी कह के गए सन, भाई असीं उनके सारे सिख हैं ना, कि मत मैं पिछे कोई रोग सी सो मैं मूल ना पाया। तो भाई जे तुसीं दमोदरी जी के पिछों रोवोगे तो उन्होंने किहड़ा पाएगा। रोना नहीं, चुप होवो। यह जग रीत सबन सिर होई मत रुदन हो अचरज नह कोई। सतगुरु कहते ने यह कोई अचरज गल नहीं, दुनिया नालों वखरी नहीं। यह तो रब की बनाई हुई रीत इस तरह। शरीर एक दिन छड्डना ही ना सब ने। मृत रेत गुर दिता आनंद करे सगल जिम भनी बिलंद। उस वेले जिहड़ी मृतक दी रेत सी, जिवें संस्कार करना सी, वो जिवें जिवें हुक्म होया बाबा गुरदित्ता जी ने उस वेले की सारी रीत निभाई है। अगे जिवें गुरु कृपा करनगे कल विचारांगे समय के मुताबिक। इतनी बेनती प्रवान करनी जी हुई फुलों की किमा। आओ एक दो वारी होर रसना के नाल हाजरी लवाइए, फिर समाप्ति है जी। वाहे गुरु